ਸੋਝੀ ਲੈਣ ਲਈ, ਸਿੱਖਿਆ ਲੈਣ ਲਈ, ਜੀਵਨ ਨੂੰ ਸਫਲਤਾ ਦੇ ਰਾਹ 'ਤੇ ਤੋਰਨ ਲਈ ਇਹ ਜਗਿਆਸਾ ਲੈ ਕੇ ਦਾਸ ਵੀ ਤੁਸੀਂ ਵੀ ਗੁਰੂ ਦਰਬਾਰ ਵਿੱਚ ਆਏ ਹੋ। ਗੁਰਦੁਆਰਾ ਬੰਗਲਾ ਸਾਹਿਬ ਜੋ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੰਦਰ ਦਰਬਾਰ ਸਜ ਰਿਹਾ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ ਉਪਰੰਤ ਸੰਪੂਰਨ ਆਸਾ ਕੀ ਵਾਰ ਦਾ ਕੀਰਤਨ ਹੋਇਆ। ਹੁਣ ਸਮਾਂ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਜੋ ਲੜੀਵਾਰ ਵਿਚਾਰ ਹੋ ਰਹੀ, ਉਹ ਵਿਚਾਰ ਆਰੰਭ ਕੀਤੀ ਜਾਏ। ਤੋ ਜਿਤਨੇ ਮਾਈ ਭਾਈ ਗੁਰੂ ਦਰਬਾਰ ਵਿੱਚ ਸੁਸ਼ੋਭਿਤ ਹੋ, ਜਿਹੜੇ ਆਪਣੇ ਆਪਣੇ ਘਰਾਂ ਵਿੱਚ ਵੀ ਬੈਠੇ ਹੋਏ ਚੜ੍ਹਦੀ ਕਲਾ ਟਾਈਮ TV ਦੇ ਮਾਧਿਅਮ ਰਾਹੀਂ ਤਥਾ ਹੋਰ ਚੈਨਲਾਂ ਰਾਹੀਂ ਸੁਣ ਲਈ ਬੈਠੇ ਹੋ, ਆਓ ਸਾਰੇ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਘਰ ਵਿੱਚ ਕਿਉਂ ਆਉਣਾ ਹੈ। ਉਹ ਤਾਂ ਹਰ ਆਦਮੀ ਨੂੰ ਪੁੱਛੋ, ਕਹਿੰਦਾ ਮੈਂ ਬਹੁਤ ਸਿਆਣਾ ਹਾਂ, ਮੈਂ ਕਦੇ ਕੋਈ ਗਲਤੀ ਨਹੀਂ ਕੀਤੀ। ਪਰ ਯਾਦ ਰੱਖੋ, ਸਾਡੀ ਇਹ ਸੋਚ ਕਈ ਵਾਰੀ ਸਾਡੇ ਲਈ ਨੁਕਸਾਨਦੇਹ ਹੁੰਦੀ ਹੈ। ਇਸ ਲਈ ਸਾਨੂੰ ਇਹ ਗੱਲ ਸਮਝਣ ਵਾਸਤੇ ਕਿੱਥੇ ਅਸੀਂ ਠੀਕ ਹਾਂ ਅਤੇ ਕਿੱਥੇ ਗਲਤ, ਉਹਦਾ ਇੱਕ ਨਿਯਮ ਵਿਧਾਨ ਬਣਾਇਆ ਹੈ। ਗੁਰੂ ਪਾਤਸ਼ਾਹ ਫਰਮਾਉਂਦੇ ਨੇ, ਇਹ ਸੋਝੀ ਪ੍ਰਾਪਤ ਕਰਨ ਲਈ, ਜਿਵੇਂ ਬੱਚੇ ਸਕੂਲ ਵਿੱਚ ਪੜ੍ਹਨ ਜਾਂਦੇ ਨੇ, ਕੀ ਮਕਸਦ ਹੈ ਉਹਨਾਂ ਦਾ? ਸਕੂਲ ਵਿੱਚ ਆਵਾਂਗੇ, ਸਾਨੂੰ ਪੜ੍ਹਨਾ ਆਵੇਗਾ, ਸਾਨੂੰ ਵਿਦਿਆ ਦੀ ਸੋਝੀ ਮਿਲੇਗੀ। ਤੁਸੀਂ ਵੀ ਸਕੂਲ ਵਿੱਚ ਗਏ, ਮੈਂ ਵੀ ਗਿਆ, ਹਰ ਇੱਕ ਬੱਚੇ ਨੂੰ ਜਾਣਾ ਚਾਹੀਦਾ ਸੀ ਪਈ। ਇਨ ਬਿਨ ਇਸੇ ਤਰ੍ਹਾਂ ਇਹ ਜਿਹੜੀ ਗੁਰੂ ਕੀ ਸੰਗਤ ਹੈ, ਇਹ ਵੀ ਸਕੂਲ ਹੈ। ਔਰ ਇਸ ਸਕੂਲ ਵਿੱਚ ਆ ਕੇ ਸਾਨੂੰ ਇਹ ਸੋਝੀ, ਇਹ ਸਮਝ ਆਵੇਗੀ ਠੀਕ ਕੀ ਹੈ, ਗਲਤ ਕੀ ਹੈ, ਕੀ ਸਾਨੂੰ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਮੈਂ ਕੱਲ੍ਹ ਵੀ ਇੱਕ ਸ਼ਬਦ ਗੁਰੂ ਰਾਮਦਾਸ ਜੀ ਦਾ ਪੜ੍ਹ ਰਿਹਾ ਸੀ। ਸ਼ਬਦ ਲੰਬਾ ਹੈ ਪਰ ਉਹਦੇ ਅੰਦਰ ਭਾਵ ਬੜੇ ਸਪਸ਼ਟ ਨੇ। ਗੁਰੂ ਰਾਮਦਾਸ ਜੀ ਫਰਮਾਉਂਦੇ ਨੇ, ਕੀਤਾ ਕਰਨਾ ਸਰਬ ਰਜ਼ਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀ। ਕਿਉਂਕਿ ਸੰਗਤਾਂ ਵਿੱਚ ਵਿਚਰਦੇ ਹਾਂ, ਸੰਗਤਾਂ ਦੇ ਕਈ ਪ੍ਰਸ਼ਨ ਉੱਤਰ ਕਰਨੇ ਪੈਂਦੇ ਨੇ। ਕਈ ਗੁਰਮੁਖ ਮਾਈ ਭਾਈ ਤਾਂ ਮੈਂ ਦੇਖਿਆ ਵੀ ਆਪਣੇ ਮਤਲਬ ਦੀ ਪੰਗਤੀ ਫੜ ਲੈਂਦੇ ਨੇ। ਦੇਖੋ ਜੀ, ਬਾਣੀ 'ਚ ਲਿਖਿਆ ਹੈ, ਕੀਤਾ ਕਰਨਾ ਸਰਬ ਰਜ਼ਾਈ। ਅਸੀਂ ਜੋ ਕਰ ਰਹੇ ਹਾਂ ਉਹਦੇ ਹੁਕਮ 'ਚ ਕਰ ਰਹੇ ਹਾਂ, ਪਰ ਸਾਡਾ ਕੀ ਕਸੂਰ ਹੈ? ਉਹ ਇੱਥੇ ਖਲੋ ਜਾਂਦੇ, ਉਹ ਆਪਣੇ ਆਪ ਨੂੰ ਬਰੀ ਕਰਨ ਲੱਗ ਪੈਂਦੇ ਨੇ ਜੀ, ਅਸੀਂ ਤੇ ਉਹਦੇ ਹੁਕਮ 'ਚ ਕਰ ਰਹੇ ਹਾਂ, ਮਾੜੇ ਵੀ ਚੰਗੇ ਵੀ ਜੋ ਕਰਾ ਰਿਹਾ ਕਰ। ਪਰ ਯਾਦ ਰੱਖੋ, ਸਾਰੇ ਸ਼ਬਦ ਨੂੰ ਵਿਚਾਰਨ ਤੋਂ ਬਿਨਾਂ ਸਮਝ ਨਹੀਂ ਆਏ। ਗੁਰੂ ਰਾਮਦਾਸ ਜੀ ਤੇ ਉਹਨਾਂ ਦੀ ਅਵਸਥਾ ਬੜੀ ਉੱਚੀ ਹੈ। ਉਹ ਫਰਮਾਉਂਦੇ ਨੇ, ਕੀਤਾ ਕਰਨਾ ਸਰਬ ਰਜ਼ਾਈ, ਕਿਛ ਕੀਚੈ ਜੇ ਕਰ ਸਕੀਏ,
ਆਪਣਾ ਕੀਤਾ ਕਿਛੁ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਏ। ਫਿਰ ਰਾਹੋਂ ਦੀ ਪੰਕਤੀ 'ਚ ਕਹਿੰਦੇ ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਾਹੀ ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਵੇਂ ਬਖਸ਼। ਸਭ ਜੀਓ ਪਿੰਡ ਦੀਆ ਤੁਦੇ ਆਪੇ ਕਾਰੈ ਲਾਇਆ, ਜਿਹਾ ਤੂੰ ਹੁਕਮ ਕਰੇ ਤੇ ਕੋ ਕਰਮ ਕਮਾਵੇ, ਜਿਹਾ ਤੁਧ ਧੁਰ ਲਿਖ ਪਾਇਆ। ਧਿਆਨ ਨਾਲ ਸੁਣਿਓ, ਜਲਦੀ ਫੈਸਲਾ ਨਾ ਲੈਣਾ। ਪੰਜ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਇਕ ਨਾ ਸਤਿਗੁਰ ਮੇਲ ਤੂੰ ਬੁਝਾਵੇਂ, ਇੱਕ ਮਨਮੁਖ ਕਰੇ ਸੇ ਰੋਵੇ। ਹੁਣ ਗੱਲ ਉਗੜਨ ਲੱਗੀ ਹੈ। ਆਖਿਆ ਹੈ ਤੇ ਸਾਰੇ ਤੇਰੇ ਪੈਦਾ ਕੀਤੇ ਹੋਏ, ਸਭ ਪੰਜ ਤੱਤਾਂ ਦੇ ਬਣਾਏ ਹੋਏ ਸਰੀਰ ਹਨ, ਪਰ ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇਂ। ਇੱਕ ਨਾ ਦਾ ਮਤਲਬ ਹੈ ਕੁਝ ਪ੍ਰਾਣੀਆਂ ਨੂੰ, ਕੁਝ ਵਡਭਾਗੀਆਂ ਨੂੰ ਸਤਿਗੁਰੂ ਦੀ ਸੰਗਤ ਬਖਸ਼ ਕੇ ਤੂੰ ਸਮਝਾ ਦਿੰਦਾ। ਇੱਕ ਨਾ ਨੂੰ ਸਤਿਗੁਰ ਮੇਲ ਮਿਲਾਵੇਂ, ਇੱਕ ਮਨਮੁਖ ਕਰੇ ਸੇ ਰੋਵੇਂ। ਤੇ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਦੇ ਨੇ ਉਹ ਮਨਮੁਖ ਨੇ, ਉਹ ਮਨ ਮਰਜ਼ੀਆਂ ਕਰਦੇ ਨੇ ਤੇ ਬਾਅਦ ਵਿੱਚ ਰੋਂਦੇ ਨੇ। ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇਂ, ਇੱਕ ਮਨਮੁਖ ਕਰੇ ਸੇ ਰੋਵੇਂ। ਗੱਲ ਇਹੋ ਹੀ ਨਿਪਰੇਗੀ ਕਿ ਗੁਰਬਾਣੀ ਦੇ ਅੰਦਰ ਦੋ ਤਰ੍ਹਾਂ ਦੇ ਜੀਵਾਂ ਦਾ ਜ਼ਿਕਰ ਹੈ, ਇੱਕ ਗੁਰਮੁਖ, ਇੱਕ ਮਨਮੁਖ। ਜਿਨ੍ਹਾਂ ਨੇ ਗੁਰੂ ਦੀ ਗੱਲ ਸੁਣ ਲਈ, ਮੰਨ ਲਈ, ਅਮਲ ਵਿੱਚ ਲੈ ਆਉਂਦੀ, ਉਹਨਾਂ ਨੂੰ ਅਸੀਂ ਗੁਰਮੁਖ ਕਹਾਂਗੇ। ਤੇ ਜਿਹੜੇ ਕਹਿੰਦੇ ਨਹੀਂ ਅਸੀਂ ਤੇ ਮਨ ਦੀ ਮਰਜ਼ੀ ਕਰਾਂਗੇ, ਜੋ ਸਾਡਾ ਮਨ ਕਹੇ, ਉਹ ਮਨਮੁਖ। ਤੋ ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇਂ, ਇੱਕ ਮਨਮੁਖ ਕਰੇ ਸੇ ਰੋਵੇਂ। ਅਖੀਰ ਵਿੱਚ ਪਾਤਸ਼ਾਹ ਕਹਿੰਦੇ ਹਰ ਕੀ ਵਡਿਆਈ ਹਉ ਆਖ ਨ ਸਕਾਂ, ਹਉ ਮੂਰਖ ਮੁਗਧ ਨੀਚਾਨ, ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ, ਸ਼ਰਨਾਗਤ ਪਿਆ ਅਜਾਨ। ਹੇ ਵਾਹਿਗੁਰੂ, ਮੇਰੇ ਕੋਲ ਸਮਰੱਥਾ ਨਹੀਂ ਕਿ ਮੈਂ ਤੇਰੀ ਵਡਿਆਈ ਕਰ ਸਕਾਂ, ਕਿਉਂਕਿ ਮੈਂ ਮੂਰਖ ਹਾਂ, ਮੈਂ ਨੀਚ ਹਾਂ, ਮੈਂ ਅਜਾਣ ਹਾਂ। ਪਰ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ, ਹੁਣ ਮੇਰੇ 'ਤੇ ਕਿਰਪਾ ਕਰੋ, ਮੈਨੂੰ ਸੋਝੀ ਦਿਓ। ਆ ਜਿਹੜਾ ਸਾਧ ਸੰਗਤ ਗੁਰੂ ਘਰ ਵਿੱਚ ਆਉਣਾ ਹੈ, ਇਹ ਫਾਰਮੈਲਿਟੀ ਨਹੀਂ ਹੈਗੀ, ਇਹ ਤਾਂ ਸੋਝੀ ਪ੍ਰਾਪਤ ਕਰਨ ਵਾਸਤੇ। ਇਸੇ ਲਈ ਗੁਰੂ ਪਾਤਸ਼ਾਹ ਨੇ ਸਮਝਾਇਆ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਬਹੁਤ ਸਾਰੇ ਪ੍ਰੇਮੀ ਐਸੇ ਵੀ ਹਨ ਜਿਹੜੇ ਸੜਕ ਤੋਂ ਲੰਘਦਿਆਂ ਮੱਥਾ ਟੇਕ ਲੈਂਦੇ ਨੇ। ਮੈਂ ਗਲਤ ਨਹੀਂ ਕਹਿੰਦਾ, ਉਹਨਾਂ ਦੀ ਭਾਵਨਾ ਹੈ। ਕਈ ਗੁਰੂ ਘਰ ਦੇ ਅੰਦਰ ਵੀ ਆਉਂਦੇ ਨੇ, ਮੱਥਾ ਟੇਕਦੇ ਨੇ, ਪ੍ਰਸ਼ਾਦ ਭੇਟ ਕਰਦੇ ਤੁਰ ਜਾਂਦੇ। ਕੁਝ ਵਿਰਲੇ ਨੇ ਜਿਹੜੇ ਗੁਰੂ ਦੀ ਸੰਗਤ ਵਿੱਚ ਬਹਿ ਜਾਂਦੇ, ਕਹਿੰਦੇ ਕੁਝ ਨਾ ਕੁਝ ਆਏ ਹਾਂ ਸੁਣੀਏ। ਦੇਖੋ ਇਹਦਾ ਫਰਕ ਤੇ ਤੁਸੀਂ ਸਮਝ ਲਓ। ਸੜਕ ਤੋਂ ਮੱਥਾ ਟੇਕਣ ਵਾਲੇ ਨੂੰ ਵੀ ਅਸੀਂ ਗਲਤ ਨਹੀਂ ਕਹਿ ਰਹੇ, ਸ਼ਰਧਾ ਤੇ ਹੈ। ਗੁਰੂ ਘਰ ਵਿੱਚ ਆ ਕੇ ਵੀ ਮੱਥਾ ਟੇਕ ਕੇ ਤੁਰ ਜਾਣੇ ਵਾਲੇ ਨੂੰ ਅਸੀਂ ਗਲਤ ਨਹੀਂ ਕਹਿੰਦੇ। ਨਾ ਆਉਣ ਵਾਲਿਆਂ ਨਾਲੋਂ ਚੰਗੇ ਨੇ, ਪਰ ਜੇ ਸੋਝੀ ਪ੍ਰਾਪਤ ਕਰਨੀ ਹੋਵੇ, ਕੋਈ ਬੱਚਾ ਸਕੂਲ ਦੇ ਦਰਵਾਜ਼ੇ 'ਤੇ ਮੱਥਾ ਟੇਕ ਕੇ ਤੁਰ ਜਾਏ, ਕਿ ਉਹਨੂੰ ਵਿਦਿਆ ਆ ਜਾਏਗੀ?
ਜਾਂ ਗੁਰੂ ਘਰ ਦੇ ਅੰਦਰੋਂ ਪਰਿਕਰਮਾ ਕਰਕੇ ਤੁਰ ਜਾਏ, ਸੁਣੇ ਸੁਣਾਵੇ ਕੁਝ ਨਾ, ਉਹਨੂੰ ਕੁਝ ਸਮਝ ਆਵੇ, ਤੁਸੀਂ ਆਖੋਗੇ ਨਹੀਂ। ਬਸ ਇਸੇ ਤਰ੍ਹਾਂ ਜਦੋਂ ਅਸੀਂ ਕੁਝ ਸਮਾਂ ਕੱਢ ਕੇ ਉਲੀਕੇ ਹੋਏ ਪ੍ਰੋਗਰਾਮ ਮੁਤਾਬਕ ਗੁਰੂ ਦੀ ਸੰਗਤ 'ਚ ਬੈਠਾਂਗੇ, ਕੁਝ ਸੁਣਾਂਗੇ, ਫਿਰ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਦੇਖੋ, ਇਹ ਤਾਂ ਤੁਹਾਨੂੰ ਮੰਨਣਾ ਪਵੇਗਾ ਕਿ ਗੁਰਬਾਣੀ ਦਾ ਉਪਦੇਸ਼ ਬੜਾ ਸਰਲ ਹੈ, ਸੌਖਾ ਹੈ, ਇਸ ਲਈ ਕਿ ਸਾਡੀ ਬੋਲੀ ਵਿੱਚ ਹੈ। ਮੈਂ ਅਰਥ ਕਰਾਂ ਜਾਂ ਨਾ ਕਰਾਂ ਤੁਹਾਨੂੰ ਸਮਝ ਆ ਗਈ। ਭਾਈ ਗੁਰੂ ਦੇ ਦਰ 'ਤੇ ਆ ਕੇ ਸੋਝੀ ਮਿਲਦੀ ਹੈ, ਸਮਝ ਮਿਲਦੀ ਹੈ, ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ, ਕਿੱਧਰ ਜਾਣਾ ਕਿੱਧਰ ਨਹੀਂ ਜਾਣਾ। ਇਹ ਬੜੀ ਵੱਡੀ ਸਹੂਲਤ ਹੈ। ਇਕਰਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ, ਪਰ ਨਹੀਂ, ਗੁਰੂ ਦੇ ਦਰ 'ਤੇ ਆਉਣ ਨਾਲ ਪਤਾ ਲੱਗਦਾ। ਅਤੇ ਜਿਹੜੇ ਗੁਰੂ ਦੇ ਦਰ 'ਤੇ ਆ ਕੇ ਗੁਰੂ ਦੀ ਸਿੱਖਿਆ ਸੁਣ ਲੈਣਗੇ, ਮੰਨ ਲੈਣਗੇ, ਏਤ ਦੁਆਰੇ ਧੋਏ ਹੱਛਾ ਹੋਏ ਜੀ, ਏਤ ਦੁਆਰੇ ਧੋਏ ਹੱਛਾ ਹੋਏ ਜੀ। ਹੁਣ ਮੈਂ ਪੜ੍ਹਿਆ ਧੋਏ ਅਤੇ ਬਹੁਤੇ ਪ੍ਰੇਮੀਆਂ ਨੇ ਪੜ੍ਹਿਆ ਹੋਏ, ਖਿਮਾ ਕਰਨਾ, ਮੈਂ ਕੋਈ ਕਟਾਕਸ਼ ਨਹੀਂ ਕਰਦਾ, ਪਰ ਸੁਣੋ, ਸੁਣ ਕੇ ਠੀਕ ਬੋਲੋ। ਏਤ ਦੁਆਰਾ ਧੋਏ, ਹੋਏ ਨਹੀਂ ਹੈਗਾ, ਧੋਏ ਹੈ। ਜਿਹੜਾ ਗੁਰੂ ਦੀ ਸਿੱਖਿਆ ਨੂੰ ਲੈ ਕੇ ਉਹਦੇ ਅਨੁਸਾਰ ਫਿਰ ਆਪਣੇ ਜੀਵਨ ਨੂੰ ਢਾਲਦਾ ਹੈ, ਉਹ ਆਪਣੇ ਭਾਂਡੇ ਨੂੰ, ਆਪਣੇ ਹਿਰਦੇ ਨੂੰ, ਆਪਣੇ ਮਨ ਨੂੰ ਧੋਂਦਾ ਹੈ। ਅਤੇ ਧੋਣ ਨਾਲ ਕੀ ਹੁੰਦਾ? ਧੋਣ ਨਾਲ ਮੈਲ ਉਤਰ ਜਾਂਦੀ ਹੈ। ਧੋਣ ਨਾਲ ਆਪਣੀ ਜੋ ਵਿਚਾਰਧਾਰਾ ਬਣੀ ਹੋਈ ਹੈ ਉਹਨੂੰ ਮਨੁੱਖ ਤਿਆਗਦਾ। ਫਿਰ ਇੱਕ ਵਾਰੀ ਪੜ੍ਹੋ, ਗੁਰੂ ਦੁਆਰੇ ਹੋਏ ਸੋਝੀ ਪਾਏ ਤੀ, ਗੁਰੂ ਦੁਆਰੇ ਹੋਏ ਸੋਝੀ ਪਾਏ ਤੀ। ਏਤ ਦੁਆਰੇ ਧੋਏ ਹੱਛਾ ਹੋਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਫਿਰ ਆਖਿਆ ਤੁਹਾਡੇ ਵੱਸ ਦੀ ਗੱਲ ਨਹੀਂ। ਆਖਰ ਅਸੀਂ ਬਚਪਨ ਵਿੱਚ ਆਪਣੇ ਮਾਤਾ ਪਿਤਾ ਤੋਂ ਕੁਝ ਸਿੱਖਿਆ, ਸਕੂਲ ਵਿੱਚ ਗਏ ਅਤੇ ਟੀਚਰ ਕੋਲੋਂ ਕੁਝ ਸਿੱਖਿਆ, ਗੁਰੂ ਕੋਲ ਆਏ ਅਤੇ ਗੁਰੂ ਕੋਲੋਂ ਕੁਝ ਸਿੱਖਿਆ। ਆਖਿਆ ਇਹ ਤਾਂ ਮਰਿਆਦਾ ਹੈ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਤੀ, ਗੁਰੂ ਦੁਆਰੇ ਹੋਏ ਸੋਝੀ ਪਾਈ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਕਿਉਂਕਿ ਸਾਨੂੰ ਪਤਾ ਹੀ ਨਹੀਂ ਕਿ ਮੈਲਾ ਕਿਹੜਾ ਅਤੇ ਅੱਛਾ ਕਿਹੜਾ, ਠੀਕ ਕਿਹੜਾ ਅਤੇ ਗਲਤ ਕਿਹੜਾ, ਇਸ ਲਈ ਅਸੀਂ ਕਰੀ ਜਾਂਦੇ। ਪਰ ਜਦੋਂ ਗੁਰੂ ਦੀ ਸੰਗਤ ਵਿੱਚ ਆਵਾਂਗੇ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਨਾ ਸਕੂਲ ਜਾਣ ਤੋਂ ਪਹਿਲਾਂ ਮਨ ਦੀ ਕੀ ਅਵਸਥਾ ਸੀ, ਬੱਚੇ ਦੀ ਕੀ ਅਵਸਥਾ ਸੀ, ਜਦੋਂ ਸਕੂਲ ਜਾਣ ਲੱਗਿਆ ਕੀ ਹੋ, ਇਹਦਾ ਤੁਸੀਂ ਸਮਝਦੇ ਹੋ। ਸਕੂਲ ਵਿੱਚ ਨਾ ਜਾਣ ਵਾਲਾ ਅਤੇ ਅਨਪੜ੍ਹ, ਉਹਨੂੰ ਪਤਾ ਹੀ ਨਹੀਂ। ਅਤੇ ਹੌਲੀ ਹੌਲੀ ਜਦੋਂ ਸਕੂਲ ਵਿੱਚ ਜਾਏਗਾ, ਉਹਨੂੰ ਲਿਖਣਾ ਵੀ ਆਏਗਾ, ਪੜ੍ਹਨਾ ਵੀ ਆਏਗਾ, ਸਮਝ ਆਏਗਾ। ਇਹ ਗੁਰੂਦੁਆਰਾ ਜੋ ਹੈ ਸਕੂਲ ਹੈ। ਅਤੇ ਜਿਹੜਾ ਗੁਰੂਦੁਆਰੇ ਆ ਕੇ ਸੁਣੇਗਾ, ਸਮਝੇਗਾ, ਫਿਰ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ। ਫਿਰ ਸਾਨੂੰ ਸਮਝ ਆਉਣ ਲੱਗ ਪਏਗੀ ਵੀ ਆਹ ਕੰਮ ਗਲਤ ਹੈ, ਆਹ ਕੰਮ ਠੀਕ ਹੈ।
ਆਹ ਕੰਮ ਮੈਲਾ ਕਰਨ ਵਾਲਾ, ਆਹ ਕੰਮ ਅੱਛਾ ਕਰਨ ਵਾਲਾ। ਲਓ ਅੱਜ ਦਾ ਜੋ ਪਾਵਨ ਸ਼ਬਦ ਜਿਸ ਦਾ ਪਾਠ ਤੁਸੀਂ ਸਿੰਘ ਸਾਹਿਬ ਤੋਂ ਸ਼ਰਵਣ ਕਰ ਲਿਆ, ਇਸ ਪਾਵਨ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬੜੇ ਸਰਲ ਸ਼ਬਦਾਂ ਵਿੱਚ ਕਹਿੰਦੇ। ਦੇਖੋ ਗੁਰਬਾਣੀ ਵਿੱਚ ਲਗਾ ਮਾਤਰਾ ਦੀ ਬੜੀ ਮਹੱਤਤਾ ਹੈ। ਪਾਠ ਤੇ ਮੈਂ ਬਚਪਨ ਤੋਂ ਛੋਟੀ ਉਮਰ ਤੋਂ ਕਰਦਾ, ਪਰ ਉਦੋਂ ਨਾ ਸੋਝੀ ਸੀ, ਪਾਠ ਉਦੋਂ ਵੀ ਹੋ ਰਿਹਾ ਸੀ। ਪਰ ਜਦੋਂ ਪਾਠ ਬੋਧ ਸਮਾਗਮਾਂ ਵਿੱਚ ਹਾਜ਼ਰੀ ਭਰੀ, 35-40 ਪਾਠ ਬੋਧ ਸਮਾਗਮ ਕੀਤੇ, ਹਜ਼ਾਰਾਂ ਵਿਦਿਆਰਥੀਆਂ ਨੂੰ ਪੜ੍ਹਾਇਆ, ਫਿਰ ਹੁਣ ਸਮਝ ਆ ਗਈ ਵੀ ਇਹਨਾਂ ਲਗਾ ਮਾਤਰਾ ਦੀ ਬੜੀ ਮਹੱਤਤਾ ਹੈ। ਉਹੀ ਮਨ ਨੰਨੇ ਨੂੰ ਔਂਕੜ ਨਾਲ ਹੈ, ਉਹੀ ਮਨ ਨੰਨਾ ਮੁਕਤਾ ਹੈ, ਉਹੀ ਮਨ ਨੰਨੇ ਨੂੰ ਸਿਹਾਰੀ ਨਾਲ ਹੈ, ਉਹੀ ਮਨ ਮੰਮੇ ਨੂੰ ਟਿੱਪੀ ਨਾਲ, ਨੰਨੇ ਨੂੰ ਸਿਹਾਰੀ ਨਾਲ ਹੈ ਮਾਨੀ। ਪਰ ਲਗਾ ਮਾਤਰਾ ਲੱਗਣ ਤੇ ਹਟਣ ਨਾਲ ਉਹਦੀ ਵਿਲੱਖਣਤਾ ਸਮਝਾ। ਇੱਥੇ ਅੱਜ ਗੁਰੂ ਤੇਗ ਬਹਾਦਰ ਜੀ ਦੇ ਮੁਖਾਰਬਿੰਦ ਤੋਂ ਜੋ ਸ਼ਬਦ ਆਇਆ, ਉਹਦੇ ਵਿੱਚ ਪਾਤਸ਼ਾਹ ਇੱਥੋਂ ਗੱਲ ਸ਼ੁਰੂ ਕਰਦੇ। ਇਹ ਰਹਾਉ ਦੀ ਪੰਕਤੀ ਵੀ ਹੈ। ਸ਼ਬਦ ਦਾ ਪਹਿਲਾ ਹਿੱਸਾ ਹੈ ਨਰ ਅਚੇਤ। ਨਰ ਕਹਿੰਦੇ ਨੇ ਮਨੁੱਖ ਨੂੰ, ਪਰ ਇੱਥੇ ਨਰ ਦੇ ਰਾਰਾ ਮੁਕਤਾ ਹੈ। ਇਹਦਾ ਮਤਲਬ ਨਰ ਨੂੰ ਸੰਬੋਧਨ ਕੀਤਾ। ਮੈਨੂੰ ਵੀ, ਤੁਹਾਨੂੰ ਵੀ, ਆਪਾਂ ਜਿੰਨੇ ਨਰ ਹਾਂ, ਪ੍ਰਾਣੀ ਹਾਂ। ਅੱਗੇ ਅਚੇਤ। ਅਚੇਤ ਤੇ ਚੇਤ ਵਿੱਚ ਕੀ ਫਰਕ ਹੈ? ਹੋਸ਼, ਬੇਹੋਸ਼, ਬਾਹੋਸ਼, ਇੰਨਾ ਫਰਕ ਹੈ। ਹੋਸ਼ ਦਾ ਮਤਲਬ ਹੈ ਚੇਤਨਤਾ। ਜਿਹਦੀ ਚੇਤਨਤਾ ਖਤਮ ਹੋ ਜਾਏ ਉਹਨੂੰ ਅਸੀਂ ਕੀ ਕਹਿੰਦੇ ਹਾਂ? ਬੇਹੋਸ਼। ਉਹਦੇ ਉਲਟ ਦੂਜਾ ਅੱਖਰ ਹੈ ਬਾਹੋਸ਼, ਹੋਸ਼ ਦੇ ਨਾਲ। ਅਸੀਂ ਜਿਸ ਰਾਹ ਤੁਰੇ ਪਏ ਹਾਂ ਉਹ ਤਾਂ ਬੇਹੋਸ਼ ਹੋਏ ਪਏ। ਸਾਨੂੰ ਪਤਾ ਹੀ ਨਹੀਂ ਕੀ ਠੀਕ ਹੈ, ਕੀ ਗਲਤ ਹੈ, ਕੀ ਕਰਨਾ, ਕੀ ਨਹੀਂ ਕਰਨਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ, ਨਰ ਅਚੇਤ, ਹੈ ਬੇਹੋਸ਼ ਬੰਦੇ, ਹੈ ਬੇਖਬਰ ਬੰਦੇ, ਹੈ ਲਾਪਰਵਾਹ ਬੰਦੇ, ਹੈ ਮਨਮਰਜ਼ੀਆਂ ਕਰਨ ਵਾਲੇ ਬੰਦੇ। ਨਰ ਅਚੇਤ, ਪਾਪ ਤੇ ਡਰ ਰਹੇ। ਹੁਣ ਅੱਗੇ ਪਾਪ ਤੇ ਪੁੰਨ ਦੋ ਚੀਜ਼ਾਂ ਨੇ। ਇਹ ਵੀ ਅਕਸਰ ਅਸੀਂ ਆਪਣੇ ਗੱਲਾਂ ਬਾਤਾਂ ਵਿੱਚ ਵਰਤਦੇ। ਇਹ ਤਾਂ ਬੜਾ ਪੁੰਨ ਦਾ ਕੰਮ ਹੈ, ਇਹ ਬੜਾ ਪਾਪ ਦਾ ਕੰਮ ਹੈ। ਹੁਣ ਉਹ ਕਸਵੱਟੀ ਤੇ ਸਾਨੂੰ ਚਾਹੀਦੀ ਹੈ ਨਾ, ਜਿਹਦੇ ਉੱਤੇ ਅਸੀਂ ਪਰਖ ਸਕੀਏ। ਕਿਉਂਕਿ ਸਾਡਾ ਬਾਬਾ ਕਹਿੰਦਾ ਹੈ, ਇਹ ਸਿਰਫ ਪੁੰਨੀ ਪਾਪੀ ਆਖਣ ਦੀ ਗੱਲ ਨਹੀਂ, ਇਹਦੇ ਨਾਲ ਤਾਂ ਬਹੁਤ ਵੱਡੀ ਫਿਲੋਸਫੀ ਜੁੜੀ ਹੋਈ ਹੈ। ਰੋਜ਼ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਪੁੰਨੀ ਪਾਪੀ ਆਖਣ ਨਾਏ, ਪੁੰਨੀ ਪਾਪੀ ਆਖਣ ਨਾਏ। ਸਿਰਫ ਕਹਿਣ ਨਾਲ ਕੋਈ ਪੁੰਨੀ ਤੇ ਪਾਪੀ ਨਹੀਂ ਬਣਦਾ, ਬਲਕਿ ਕਰ ਕਰ ਕਰਨਾ ਲਿਖ ਲੈ ਜਾਓ, ਕਰ ਕਰ ਕਰਨਾ ਲਿਖ ਲੈ ਜਾਓ। ਆਖਿਆ ਜੋ ਆਪਾਂ ਕਰ ਰਹੇ ਹਾਂ ਉਹ ਲਿਖਿਆ ਜਾ ਰਿਹਾ। ਔਰ ਜਦੋਂ ਇੱਥੋਂ ਜਾਵਾਂਗੇ ਉਹਦੀ ਦਰਗਾਹ ਵਿੱਚ ਉੱਤੇ ਨਾਲ ਲਿਖਿਆ ਹੋਇਆ ਲੈ ਕੇ ਜਾਵਾਂ। ਉੱਥੇ ਤਾਂ ਲਿਖੇ ਮੁਤਾਬਕ ਹੀ ਫੈਸਲਾ ਹੋਣਾ। ਉੱਥੇ ਕਿਸੇ ਦੂਜੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ। ਆਪੇ ਬੀਜ ਆਪੇ ਹੀ ਖਾਓ, ਆਪੇ ਬੀਜ ਆਪੇ ਹੀ ਖਾਓ। ਹੁਣ ਦੇਖੋ ਨਾ, ਇੱਕ ਗੱਲ ਤੇ ਅਣਜਾਣ ਤੋਂ ਅਣਜਾਣ ਬੰਦੇ ਨੂੰ ਸਮਝ ਆਉਂਦੀ ਹੈ ਵੀ ਜਿਹੜਾ ਬੀਜ ਬੀਜਾਂਗੇ ਉਹੀ ਉੱਗੇਗਾ। ਕਦੇ
कणक छोले नहीं बनते, कदे छोले कणक नहीं बनती। ये तो गल समझ आती है। इसलिए महाराज ने कहा जिया बीजे सो लुणे कर्मा संजड़ा खेत। तो असी लापरवाही ते बेपरवाही बेहोश होके अचेत होके, अचेत बंदा उसनूं कहते ने जिन्हों बिल्कुल कोई चेतना ना होवे, जिन्हों समझ ना होवे। सचमुच जे तुसी विचारोगे, मैनू तो समझ आई है कि जिस तरह घरों निकल लग्या तुसी शीशे दे अगे खड़े होए, मैं भी होया तुसी भी होए। क्यों होए? भी साड़ी दस्तार ठीक है, मेरिया धीआं भैणां वेखदियां साडा मेकअप ठीक है। जे असी किसी होर तरह की दस्तार सजा के या होर तरह लोग कहने कमला है की करके आया। सचमुच इस तरह गुरबाणी रूपी शीशे विचों मैं ते तुसी अपना आप देखना है। जिस दिन देखण लग पवांगे तुहानूं समझ आउण लग पैगी। इसीलिए क्या है, गुरु द्वारा होए सोजी पाए थी, गुरु द्वारा होए सोजी पाए थी। एत द्वारा तोए हच्छा होए सी, एत द्वारा तोए हच्छा होए सी। जो जो गुरु की संगत विच आवांगे, मेरे हच्छे का विचार आप वरताए सी। तो अज दे पावन शब्द विच गुरु तेग बहादुर जी कहते नर अचेत। जदों असीं पढ़ते सी ना, कई विद्वान अचेत पाप, अरे अचेत पाप नहीं हैगा, इत्थे अचेत का तत्ता भी मुक्त है ते नर दा राला भी मुक्त है। ये दोवें अखर संबोधन ने। हे बेहोश, हे बेखबर बंदे, पाप ते डर ले, काम ते कर पर भैड़े काम ना कर। हुण भैड़ा तो चंगा तुसी सारे जानते हो भी ये पुण्य है पाप है, और पुण्य पाप जिहड़ा है उन्होंने ही चंगा ते माड़ा कहा जाता। तो गुरु हर तेग बहादुर साहब कहते ने, हे बेखबर बंदे, जो तू कर रहे हैं उहदे उत्ते तू विचार कर भी मैं की कर रहा। असी इस पासों बिल्कुल अखां मिचियां हुईयां ने। महाराज कहते ने नर अचेत, पाप ते डर रे, भैड़े काम करन तो डरना कर, संकोच करना कर। ते की कर, दीन दयाल सगल भय भंजन, शरण ताए तुम पर रे। आख्या जो परमात्मा दीना ते दया करने वाला है, जिहड़ा सारे दुखों नूं भंजन नाश करने वाला है, ਉਹਦੀ शरण विच आ जा। शरण विच आउण दा की मतलब हुंदा कि अपने आप नूं बचाउणा। जिवें बाहर मींह पैंदा होवे, तुसीं छत थल्ले आ जाओ, ਭਿੱਜਣੋਂ बच जाओगे। धुੱਪ होवे तुसीं छतरी तान लो, कुछ बचा होवे। इसे तरह जिहड़ा गुरु दी प्रभु दी शरण विच आउणा, ਇਹ सानू भैड़े कामां तो बचाएगा। सुखमनी साहब तो बहुत पढ़ी जा रही है, खिमा करना बड़ी अच्छी गल है, पढ़िया करिए, पर विचार के पढ़िया करिए। उत्थे लिखिया ज्यों मंदिर को थामे थम्मन, त्यों गुर का शब्द मने अस्थंभन। इस डावां डोल मन नूं, इस भैड़े पासे जांदे मन नूं गुरु का शब्द जिहड़ा वो रोकदा है, टोकदा है। असर फिर मिसाल दी, आख्या ज्यों मंदिर को थामे थम्मन, त्यों गुर का शब्द मने अस्थम।
ਜਿਉ ਪਾਖਾਨ ਨਾਵ ਚੜ੍ਹ ਤਰੈ। ਪਾਖਾਨ ਕਹਿੰਦੇ ਨੇ ਪੱਥਰ ਨੂੰ। ਪੱਥਰ ਛੋਟਾ ਹੋਵੇ ਵੱਡਾ ਹੋਵੇ ਉਹਨੂੰ ਪਾਣੀ ਸੁੱਟੋ ਡੁੱਬ ਜਾਏ, ਪਰ ਉਹੀਓ ਪੱਥਰ ਤੁਸੀਂ ਬੇੜੀ ਤੇ ਧਰ ਦਿਓ ਫਿਰ ਨਹੀਂ ਡੁੱਬਦਾ। ਇਹ ਜਿਹੜੀ ਗੁਰੂ ਦੀ ਸੰਗਤ ਹੈ ਇੱਕ ਤਰ੍ਹਾਂ ਬੇੜੀ ਹੈ। ਮੈਂ ਬਾਹਰ ਦੇਖਿਆ ਉਹ ਜਿਹੜੇ ਪਾਣੀ ਦੇ ਜਹਾਜ਼ ਨੇ, ਬੱਲੇ ਬੱਲੇ ਇੰਨਾ ਸਮਾਨ ਉਹਨਾਂ ਦੇ ਉੱਤੇ ਲੱਦ ਜਾਂਦੇ ਨੇ, ਟਰੱਕ ਲੱਦ ਜਾਂਦੇ ਨੇ, ਕਾਰਾਂ ਲੱਦ ਜਾਂਦੇ ਨੇ, ਬੰਦੇ ਸਭ ਨੂੰ ਪਾਰ ਕਰ। ਸੱਚਮੁੱਚ ਇਸੇ ਤਰ੍ਹਾਂ ਇਹ ਜਿਹੜਾ ਗੁਰੂ ਦਾ ਉਪਦੇਸ਼ ਹੈ ਇਹ ਸਾਡੇ ਵਰਗੇ ਪੱਥਰਾਂ ਨੂੰ ਤਾਰ ਦਿੰਦਾ। ਜਿਉ ਪਾਖਾਨ ਨਾਵ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰ। ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉ ਮਹਾ ਉਦਿਆਨ ਮੈਂ ਮਾਰਗ ਪਾਵੇ। ਮਹਾ ਉਦਿਆਨ ਭਿਆਨਕ ਜੰਗਲ ਦੇ ਅੰਦਰ ਕੋਈ ਰਸਤਾ ਭੁੱਲ ਜਾਏ ਉਹਦੇ ਮਨ ਦੀ ਕੀ ਹਾਲਤ ਹੁੰਦੀ ਹੈ, ਪਰ ਜਦੋਂ ਉਹਨੂੰ ਰਸਤਾ ਲੱਭ ਜਾਏ ਫਿਰ ਉਹਨੂੰ ਕਿੰਨੀ ਖੁਸ਼ੀ ਹੁੰਦੀ। ਆਖਿਆ ਇਸੇ ਤਰ੍ਹਾਂ ਜੋ ਮਹਾ ਉਦਿਆਨ ਮੈਂ ਮਾਰਗ ਪਾਵੇ, ਜੋ ਸੰਤ ਜਨਾ ਮਿਲ ਜੋਤ ਪ੍ਰਗਟਾਵੇ। ਤਿੰਨ ਸੰਤਨ ਕੀ ਬਾਂਛੋ ਧੂਰ, ਨਾਨਕ ਕੀ ਹਰ ਲੋਚਾ ਪੂਰ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਓ ਹੋਸ਼ ਕਰੋ, ਸਾਵਧਾਨ ਹੋਵੋ, ਮਾੜੇ ਕੰਮ ਨਾ ਕਰੋ। ਫਿਰ ਕੀ ਕਰੋ? ਦੀਨ ਦਿਆਲ ਸਕਲ ਭੈ ਭੰਜਨ। ਦੀਨ ਦਿਆਲ ਸਕਲ ਭੈ ਭੰਜਨ। ਗੁਰੂ ਦਾ ਕੰਮ ਹੈ ਰਸਤਾ ਦਿਖਾਉਣਾ। ਆਖਿਆ ਇਹ ਕੰਮ ਕਰਿਆ ਕਰ। ਜਦੋਂ ਤੂੰ ਉਸ ਦੀਨਾਂ ਤੇ ਦਇਆ ਕਰਨ ਵਾਲੇ, ਦੁੱਖਾਂ ਨੂੰ ਭੰਜਣ ਵਾਲੇ ਪਰਮਾਤਮਾ ਵੱਲ ਆਏਂਗਾ। ਸ਼ਰਨ ਤਾਏ ਤੁਮ ਪਾਰ ਰੇ, ਸ਼ਰਨ ਤਾਏ ਤੁਮ ਪਾਰ ਰੇ। ਸ਼ਰਨ ਤਾਏ, ਸ਼ਰਨ ਤਾਏ ਤੁਮ ਪਾਰ। ਉਹਦੀ ਸ਼ਰਨ ਵਿੱਚ ਪੈਣਾ। ਸ਼ਰਨ ਵਿੱਚ ਪੈਣ ਦਾ ਕੀ ਮਤਲਬ ਹੁੰਦਾ ਵੀ ਆਪਣੇ ਆਪ ਨੂੰ ਸਮਰਪਿਤ ਕਰ ਦੇ, ਆਪਣੀ ਚਤੁਰਾਈ ਛੱਡ ਦੇ, ਆਪਣੀਆਂ ਸਿਆਣਪਾਂ ਉਕਤੀਆਂ ਜੁਗਤੀਆਂ ਛੱਡ ਦੇ। ਪੜ੍ਹਦੇ ਰੋਜ਼ ਆ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨੇ ਏਤ ਪਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਸ਼ਰਨ ਵਿੱਚ ਆਉਣ ਦਾ ਮਤਲਬ ਹੈ ਆਪਣੀ ਚਤੁਰਾਈ ਛੱਡ ਦੇਣੀ, ਆਪਣੀਆਂ ਉਕਤੀਆਂ ਜੁਗਤੀਆਂ ਦਲੀਲਾਂ ਛੱਡ ਦੇਣੀਆਂ। ਕਹਿਣਾ ਦੱਸੋ ਮਹਾਰਾਜ ਮੈਂ ਕੀ ਕਰਾਂ। ਆਖਿਆ ਜਦੋਂ ਤੂੰ ਇਸ ਭਾਵਨਾ ਨਾਲ ਉਸ ਪ੍ਰਭੂ ਦੀ ਸ਼ਰਨ ਵਿੱਚ ਆਏਗਾ ਉਹ ਫਿਰ ਤੇਰੀ ਬਾਂਹ ਫੜ ਲੈ। ਸਾਰੀ ਬਾਣੀ ਇਹੋ ਹੀ ਦੱਸਦੀ। ਹੇ ਸੱਚੇ ਪਾਤਸ਼ਾਹ ਸਾਡੀ ਹਾਲਤ ਇਹ ਹੈ, ਜੈਸਾ ਬਾਰਿਕ ਭਾਏ ਸੁਭਾਈ, ਜੈਸਾ ਬਾਰਿਕ ਭਾਏ ਸੁਭਾਈ। ਲੱਖ ਅਪਰਾਧ ਕਮਾਵੇ, ਲੱਖ ਅਪਰਾਧ ਕਮਾਵੇ। ਕਰ ਉਪਦੇਸ਼ ਚਿੜ ਕੇ ਬਹੁ ਭਾਤੀ, ਕਰ ਉਪਦੇਸ਼ ਚਿੜ ਕੇ ਬਹੁ ਭਾਂਤੀ। ਬਹੁੜ ਪਿਤਾ ਗਲ ਲਾਵੇ, ਬਹੁੜ ਪਿਤਾ ਗਲ ਲਾਵੇ। ਤੁਸੀਂ ਤੇ ਮੈਂ ਗ੍ਰਸਤੀ ਹਾਂ। ਬੱਚੇ ਅਕਸਰ ਗਲਤੀਆਂ ਕਰਦੇ ਨੇ। ਕਿਉਂ ਕਰਦੇ ਨੇ? ਕਿਉਂਕਿ ਉਹ ਬਚਪਨ 'ਚ ਨੇ, ਉਹਨਾਂ ਨੂੰ ਸਮਝ ਨਹੀਂ।
ਤੇ ਜੇ ਉਹ ਗਲਤੀ ਕਰਨ ਤੁਸੀਂ ਕੀ ਕਰਦੇ ਹੋ? ਉਹਨਾਂ ਨੂੰ ਨਾਰਾਜ਼ ਹੁੰਦੇ ਹੋ, ਥੋੜ੍ਹੀ ਜਿਹੀ ਤਾੜਨਾ ਕਰ ਦਿਓ, ਬੇਟਾ ਇਹ ਠੀਕ ਨਹੀਂ ਤੇਰੇ ਵਾਸਤੇ। ਤੇ ਜੇ ਉਹ ਕਹਿ ਦੇਣ ਪਿਤਾ ਜੀ ਸੌਰੀ ਅੱਗੋਂ ਨਹੀਂ ਕਰਾਂਗੇ, ਫਿਰ ਤੁਸੀਂ ਕੀ ਕਰਦੇ? ਫਿਰ ਤੁਸੀਂ ਗੱਲ ਲਾ ਲੈਂਦੇ, ਅੱਛਾ ਬੇਟਾ ਬਹੁਤ ਅੱਛਾ, ਅੱਗੋਂ ਨਹੀਂ ਕਰਨਾ। ਆਹੀ ਗੱਲ ਗੁਰੂ ਸਾਹਿਬ ਕਹਿ ਰਹੇ ਭਾਈ, ਪਹਿਲੀ ਗੱਲ ਤੇ ਹੋਸ਼ ਵਿੱਚ ਆਓ, ਹੋਸ਼ ਵਿੱਚ ਆ ਕੇ ਗਲਤ ਕੰਮਾਂ ਤੋਂ ਬਚੋ। ਤੇ ਸਦਾ ਬਚੇ ਰਹਿਣ ਵਾਸਤੇ ਕੀ ਕਰੋ? ਦੀਨ ਦਿਆਲ ਸਕਲ ਦੁਖ ਭੰਜਨ ਪੈ ਭੰਜਨ ਸ਼ਰਨ ਤਾਏ ਤੁਮ ਪਰ, ਉਹਦੀ ਸ਼ਰਨ ਚ ਆ ਜਾਓ। ਗੁਰੂ ਨਾਨਕ ਦੇਵ ਜੀ ਨੇ ਕਮਾਲ ਕਰਦੇ, ਅਸੀਂ ਬਾਣੀ ਪੜ੍ਹਦੇ ਨਹੀਂ। ਉਹ ਕਹਿੰਦੇ ਨੇ ਠੀਕ ਹੈ ਕਿ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬੈਠ। ਹੁਣ ਚੱਕੀ ਵੀ ਸਭ ਨੂੰ ਦੇਖੀ ਹੋਈ ਹੈ, ਚੱਕੀ ਦੇ ਦੋ ਪੁੜ ਹੁੰਦੇ ਨੇ। ਚੱਕੀ ਕਿਹੜੇ ਕੰਮ ਆਉਂਦੀ ਹੈ ਜੀ? ਦਾਣੇ ਪੀਣ ਵਾਸਤੇ। ਚਲੋ ਹੁਣ ਉਹ ਘਰ ਦੀਆਂ ਚੱਕੀਆਂ ਗਈਆਂ ਤੇ ਤੁਸੀਂ ਦੂਜੀ ਚੱਕੀ ਵੱਲ ਵੇਖੋ, ਗੱਲ ਤਾਂ ਇੱਕੋ ਹੀ ਹੈ। ਇਹ ਸਮਝਾਉਣ ਦਾ ਤਰੀਕਾ ਹੈ। ਆਖਿਆ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬੈਠ। ਮੈਂ ਬਚਪਨ ਵਿੱਚ ਆਪਣੇ ਮਾਤਾ ਜੀ ਨਾਲ ਚੱਕੀ ਚਲਾਉਂਦਾ ਰਿਹਾ। ਉਹ ਚੱਕੀ ਦਾ ਕੰਮ ਕੀ ਹੈ? ਉਹਨੇ ਦੇ ਦਾਣੇ ਪੀ ਦੇਣੇ, ਆਟਾ ਬਣਾ ਦੇਣਾ। ਪਰ ਜਦੋਂ ਕੁਝ ਦੇਰ ਬਾਅਦ ਚੱਕੀ ਬੰਦ ਹੋ ਜਾਏ, ਉਹਦਾ ਪੁੜ ਚੁੱਕ ਕੇ ਦੇਖੋ, ਕੁਝ ਦਾਣੇ ਐਸੇ ਨੇ ਜਿਹੜੇ ਪੁੜਾਂ ਦੀ ਮਾਰ ਤੋਂ ਬਚ ਗਏ ਨੇ। ਕਿਉਂ ਬਚੇ ਨੇ? ਉਹ ਕਿੱਲੀ ਨਾਲ ਲੱਗ ਗਏ ਨੇ। ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਪਿਆਰਿਓ, ਇਹ ਧਰਤੀ ਤੇ ਅਸਮਾਨ ਦੋ ਚੱਕੀ ਦੇ ਪੁੜ ਹਨ। ਅਸੀਂ ਸਾਰੇ ਵਿੱਚ ਦਾਣਿਆਂ ਵਾਂਗੂ ਪੀਸੇ ਜਾ ਰਹੇ ਹਾਂ। ਕਿਸੇ ਇੱਕ ਦੀ ਗੱਲ ਨਹੀਂ ਕੀਤੀ, ਮੇਰੀ ਤੁਹਾਡੀ ਸਭ ਦੀ। ਫਿਰ ਆਖਿਆ ਜਿਹੜੇ ਦਾਣੇ ਚੱਕੀ ਦੀ ਕਿੱਲੀ ਨਾਲ ਲੱਗ ਜਾਣਗੇ ਉਹ ਬਚ ਜਾਣਗੇ। ਕਿੱਡੀ ਸੌਖੀ ਮਿਸਾਲ ਹੈ। ਫਿਰ ਧਿਆਨ ਦਿਓ, ਦੋਏ ਪੁੜ ਚੱਕੀ ਜੋੜ ਕੇ, ਦੋਏ ਪੁੜ ਚੱਕੀ ਜੋੜ ਕੇ। ਪੀਸਣ ਆਏ ਬੈਠ, ਪੀਸਣ ਆਏ ਬੈਠ। ਜੋ ਦਰ ਰਹੇ ਸੋ ਉਬਰੇ, ਜੋ ਦਰ ਰਹੇ ਸੋ ਉਬਰੇ। ਨਾਨਕ ਅਜਬ ਡਿਠ, ਨਾਨਕ ਅਜਬ ਡਿਠ। ਅਜਬ ਦਾ ਮਤਲਬ ਹੈ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਉਸ ਚੱਕੀ ਦੇ ਪੁੜਾਂ ਨੇ ਕਿੰਨੇ ਆੜੇ ਦਾਣੇ ਪੀ ਸੁੱਟੇ ਨੇ, ਪਰ ਜਿਹੜੇ ਦਾਣੇ ਚੱਕੀ ਦੀ ਕਿੱਲੀ ਨਾਲ ਲੱਗੇ ਉਹ ਬਚ ਗਏ ਨੇ। ਲਓ ਆਹ ਗੱਲ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਨਰ ਅਚੇਤ ਪਾਪ ਤੇ ਡਰ ਰੇ, ਦੀਨ ਦਿਆਲ ਸਗਲ ਪੈ ਪੰਜਨ ਸ਼ਰਨ ਤਾਹੇ ਤੁਮ ਪਰ ਰੇ। ਭਾਈ ਪ੍ਰੇਰਨ ਵਾਸਤੇ ਦੱਸਣਾ ਪੈਂਦਾ। ਗੁਰਬਾਣੀ ਵਿੱਚ ਵੀ ਦੱਸਿਆ ਹੈ, ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ। ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਬਿਲਕੁਲ ਬਾਣੀ ਦਾ ਸਮਝਾਉਣ ਦਾ ਤਰੀਕਾ ਬੜਾ ਹੀ ਸਰਲ ਹੈ। ਕੋਈ ਐਸੀ ਪੇਚੀਦਾ, ਕੋਈ ਪੇਚਦਾਰ, ਕੋਈ ਡੂੰਘੀ ਗੱਲ ਨਹੀਂ ਵੀ ਤੁਸੀਂ ਆਖੋ ਸਾਨੂੰ ਸਮਝ ਹੀ ਨਹੀਂ ਆਈ। ਆਖਿਆ ਬਹੁਤ ਸ਼ਾਸਤਰ ਬਹੁਤ ਸਿਮਰਤੀ, ਪੇਖੇ ਸਰਬ ਟੰਡੋਲ, ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ। ਸਾਈਂ ਨਾਮ ਅਮੋਲ,
कीम न कोई जानता। तो गुरु तेग बहादुर सच्चे पातशाह कहते प्यारिओ मैं कला नहीं कह रहा, वेद पुराण जास गुण गावत, चारे वेद 27 सिमरतियाँ 18 पुराण खट शब्द सब यो ही कह रहे हैं, नाम सब तो उत्तम है, वेद पुराण जास गुण गावत, ताको नाम ही है मोह धर रहे। ਅਸੀਂ वेदां शास्त्रां ਨੂੰ ਪੜ੍ਹਨ ਸੁਣਨ ਵਾਲਿਆਂ ਦਾ ਹਾਲ ਦੇਖਿਆ, ਉਹ ਕਰਮ ਕਾਂਡਾਂ ਵਿੱਚ ਤੇ ਫਸ ਗਏ। ਇਹ ਤੇ ਉਹਨਾਂ ਨੂੰ ਸਿਖਾ ਦਿੱਤਾ ਗਿਆ ਵੀ ਆਹ ਮੰਗਲਵਾਰ ਹੈ, ਆਹ ਸ਼ਨੀਚਰਵਾਰ ਹੈ, ਇਹ ਹੈ ਉਹ ਨਾਮ ਵਾਲਾ ਪਾਸਾ। ਗੁਰੂ ਅਮਰਦਾਸ ਜੀ ਨੇ ਕਿਹਾ वेदां में नाम उत्तम सो सुने नहीं, वो सुनते ही नहीं। फिर ज्यों बेतालिया, बेताल किन्हां नूं कहंदे जिहड़े ताल तो खुंझ जाण, उन्हां नूं भूत कहा जाता है। तालों पुੱਠੀ डूमणी गावे आल पताल, वो हालत बन गई साडी। गुरु तेग बहादुर जी कहते ने वेद पुराण जास गुण गावत, जिस वाहगुरु के नाम की वो वडियाई कर रहे हैं, ताको वेद पुराण जात गुण गावत, ताको उस परमात्मा, हाँ ताको नाम ही है मोह धर रहे, उसका नाम हिरदे में धरना। तेनों होर कोई परपंच करने की लोड़ नहीं। पढ़ते रोज़ असी जिनी नाम ते आया, गए मशक्कत काल, नानक ते मुख उजले, केती छुट्टी नाल। मैनू तो बड़ी प्यारी लगी वो गल। फिर गुरु नानक पातशाह किसी नगर विच गए, संगत इकट्ठी हो गई तो कहन लगे महाराज सानू कोई सौखा जिहा तरीका दसो, असीं सिमरन करन लग पईए। कहन लगे लो सौखा दस दिंदे आ, एक सलेट लियाओ, सलेटी लियाओ। ले आए, कहते सलेटी नाल सलेट ते लिखो सिवर सिफरे 0 लिख देते, 2-4 सिफरे लिखते। कहते की लिखे है? कहते सिफरे, तुसी भी कहोगे सिफरे। कहते उन्हें दे खब्बे पासे एका पाओ। एका पाउण की देर सी, हर सिफरे की कीमत 10 गुणा बढ़ गई। मैं ऐसी गल तो नहीं कर रहा जी तुहानूं समझ ना आवे। ते गुरबाणी की कह रही, अवर काज तेरे कितै न काम, मिल साध संगत भज केवल नाम। करो काम करो, किरत करो, बाबे ने रोकया नहीं हैगा, पर नाल नाम भी जपो। किरत करनी सिर्फ जरूरी नहीं, नाम नहीं जपोगे तो वो सिफर बन जाए। ये हुण तुहाडी मर्जी है। गुरु तेग बहादुर जी कहते वेद पुराण जास गुण गावत, ताको नाम ही है मोह धर रे। ही है निरा उतो उतो राम राम वाहगुरु ना कर, हिरदे विच तार। देखो बीज तो उही उगदा जिहड़ा धरती के गर्भ में चला जाए। जिहड़ा बीज उत्ते उत्ते पिया रहेगा या सुक जाएगा या उन्होंने पंछी चुग लेगा, उन्हें उगना उगना कोई नहीं। ही है मोह धर रहे, हिरदे विच उसनूं धारण करना कर। फिर पावन नाम जगत में हर को। हरि का नाम बड़ा पावन पवित्र है। सिमर सिमर कस मल सब हर रे। जूं जूं उन्होंने बार बार सिमरेगा तेरे पाप कट जाएंगे। देखो ना चंगे पासे तुरोगे तो माड़े पिछे रह जाएंगे। तुसीं घरों गुरुद्वारे आए, घर दूर रह गया, गुरुद्वारा नेड़े आ गया, बस गल इन्नी है। जपजी साहब च कितना सौखा समझाया, भरीए हथ पैर तन दे, पानी धोता उतरत खे, मूत पलीती कपड़ होए, दे साबून लैया हो तोए।
ਤੁਸੀਂ ਆਖੋਗੇ ਬਿਲਕੁਲ ਠੀਕ ਹੈ। ਦੋ ਮਿਸਾਲਾਂ ਐਸੀਆਂ ਦਿੱਤੀਆਂ ਨੇ ਜਿਨ੍ਹਾਂ ਨੂੰ ਤੁਸੀਂ ਰੋਜ਼ ਇੰਪਲੀਮੈਂਟ ਕਰਦੇ ਹੋ। ਕਿੰਨੀ ਵਾਰੀ ਹੱਥ ਧੋਂਦੇ ਹੋ? ਕਿਉਂ ਧੋਂਦੇ ਹੋ? ਹੱਥ ਮੈਲੇ ਹੋ ਗਏ ਨੇ ਜੀ। ਫਿਰ ਬੀਬੀਆਂ ਰੋਜ਼ ਕੱਪੜੇ ਧੋਂਦੀਆਂ ਨੇ, ਕਿਉਂ ਧੋਂਦੀਆਂ ਨੇ? ਕੱਪੜੇ ਮੈਲੇ ਹੋ ਜਾਂਦੇ ਨੇ। ਫਿਰ ਇਸੇ ਤਰ੍ਹਾਂ ਭਰੀਐ ਮਤ ਪਾਪਾਂ ਕੈ ਸੰਗ, ਭਰੀਐ ਮਤ ਪਾਪਾਂ ਕੈ ਸੰਗ। ਉਹ ਧੋਪੈ ਨਾਵੇਂ ਕੈ ਰੰਗ, ਉਹ ਧੋਪੈ ਨਾਵੇਂ ਕੈ ਰੰਗ। ਹੁਣ ਹੁਜਤ ਭਾਵੇਂ ਜਿੰਨੀ ਮਰਜ਼ੀ ਕਰੀ ਜਾਓ। ਕਈ ਲੋਕਾਂ ਦਾ ਸੁਭਾਅ ਹੈ ਉਹ ਹੁਜਤਾਂ ਹੀ ਕਰੀ ਜਾਂਦੇ ਨੇ, ਮੰਨਦੇ ਕੁਛ ਨਹੀਂ। ਮੈਂ ਕਹਿੰਦਾ ਜੇ ਤੁਸੀਂ ਡਾਕਟਰ ਕੋਲ ਦਵਾਈ ਲੈਣ ਗਏ, ਉਹਨੇ ਤੁਹਾਡੀ ਤਕਲੀਫ ਸੁਣ ਕੇ ਦਵਾਈ ਤਾਂ ਫਿਰ ਪੁੱਛੋ ਜੀ ਡਾਕਟਰ ਸਾਹਿਬ ਇਹ ਦਵਾਈ ਕੀ ਕਰੇਗੀ, ਇਹ ਦਵਾਈ ਠੀਕ ਕਰ ਦੇਗੀ ਮੈਨੂੰ? ਉਹ ਡਾਕਟਰ ਵੀ ਕਹੇਗਾ ਵੀ ਖਾ ਤੇ ਸਹੀ, ਖਾਧੀ ਤੂੰ ਹੈ ਨਹੀਂ, ਪਹਿਲਾਂ ਮੇਰੇ ਤੋਂ ਗਰੰਟੀ ਮੰਗਣ ਡਿਆ ਤੂੰ। ਤਾਂ ਸੱਚਮੁੱਚ ਸਾਡੀ ਵੀ ਇਹੋ ਹੀ ਹਾਲਤ ਹੈ। ਚਿਰਾਂ ਤੋਂ ਗੁਰੂ ਘਰ ਵਿੱਚ ਆਈ ਜਾਂਦੇ ਹਾਂ, ਆਈ ਜਾਂਦੇ ਹਾਂ, ਸੁਣੀ ਜਾਂਦੇ ਹਾਂ, ਸੁਣਾਈ ਜਾਂਦੇ ਹਾਂ, ਕਰਦੇ ਹੈ ਨਹੀਂ। ਗੁਰੂ ਤੇਗ ਬਹਾਦਰ ਜੀ ਗਰੰਟੀ ਦਿੰਦੇ ਨੇ, ਪਾਵਨ ਨਾਮ ਜਗਤ ਮੈਂ ਹਰ ਕੋ, ਪਾਵਨ ਨਾਮ ਜਗਤ ਮੈਂ ਹਰ ਕੋ। ਸਿਮਰ ਸਿਮਰ ਕਸਮਲ ਸਭ ਹਰ ਨੇ। ਹੁਣ ਸਿਮਰ ਸਿਮਰ ਦੇ ਲਾਰੇ ਨੂੰ ਸਿਹਾਰੀ ਹੈ। ਇਹ ਸਿਹਾਰੀ ਬੋਲੀ ਨਹੀਂ ਜਾਂਦੀ। ਇਹਦਾ ਮਤਲਬ ਹੈ ਸਿਮਰ ਸਿਮਰ ਕੇ, ਯਾਦ ਕਰ ਕਰ ਕੇ। ਕਸਮਲ ਉਹ ਜਿਹੜੇ ਭੈੜੇ ਵਿਚਾਰ ਨੇ, ਜਿਹੜੀ ਮੈਲ ਲੱਗੀ ਹੋਈ ਹੈ ਉਹਨੂੰ ਹਰ ਦੂਰ ਕਰ ਦੇ। ਇਹੀ ਤਰੀਕਾ, ਹੋਰ ਕੋਈ ਤਰੀਕਾ। ਪੁੱਠੇ ਲਟਕਣ ਨਾਲ, ਧੂਣੀਆਂ ਤਾਪਣ ਨਾਲ ਹਉਮੈ ਵੱਧ ਸਕਦੀ ਹੈ, ਘਟ ਨਹੀਂ ਸਕਦੀ। ਪਰ ਜੇ ਅੰਮ੍ਰਿਤ ਵੇਲੇ ਬੈਠ ਕੇ ਇਕਾਂਤ ਵਿੱਚ ਗੁਰੂ ਨੇ ਤਾਂ ਸੌਖਾ ਤਰੀਕਾ ਦੱਸਿਆ ਵੀ ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਮਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਐ। ਇਸ ਤੋਂ ਵੱਧ ਹੋਰ ਸੌਖਾ ਕਿਵੇਂ ਦੱਸਿਆ ਜਾ ਸਕਦਾ? ਪਰ ਅਸੀਂ ਆਪਣੀਆਂ ਹੁਜਤਾਂ, ਆਪਣੀਆਂ ਸਿਆਣਪਾਂ ਵਿੱਚ ਫਸੇ ਹੋਏ ਤੁਰਦੇ ਨਹੀਂ। ਮੈਨੂੰ ਤਾਂ ਕਿਸੇ ਉਰਦੂ ਦੇ ਵਿਦਵਾਨ ਦਾ ਕਥਨ ਬੜਾ ਪਿਆਰਾ, ਉਹ ਕਹਿੰਦਾ ਰਾਹ ਕਹੀਂ ਰਾਹੀ ਕਹੀਂ, ਰਹਿਬਰ ਕਹੀਂ। ਰਾਹ ਕੋਈ ਹੈ, ਰਹਿਬਰ ਕੁਝ ਦੱਸ ਰਿਹਾ, ਰਾਹੀ ਕਿਸੇ ਹੋਰ ਪਾਸੇ ਤੁਰਿਆ ਜਾਂਦਾ। ਤੋ ਇਸ ਤਰ੍ਹਾਂ ਨਹੀਂ ਕਦੇ ਵੀ ਗੱਲ ਬਣ ਸਕੇਗੀ। ਪਾਤਸ਼ਾਹ ਨੇ ਹਰ ਗੱਲ ਸਮਝਾ ਦਿੱਤੀ। ਪਾਵਨ ਨਾਮ ਜਗਤ ਮੈਂ ਹਰ ਕੋ, ਸਿਮਰ ਸਿਮਰ ਕਸਮਲ ਸਭ ਹਰ। ਲਓ ਫਿਰ ਇੱਕ ਵਾਰਨਿੰਗ ਵੀ ਦਿੱਤੀ ਹੈ, ਜੇ ਹੁਣ ਨਹੀਂ ਕਰੇਗਾ ਫਿਰ ਕਦੋਂ ਕਰੇਗਾ? ਕਬੀਰ ਜੀ ਆਪਣੇ ਸ਼ਬਦਾਂ ਵਿੱਚ ਕਹਿੰਦੇ ਨੇ, ਜਦੋਂ ਚਾਰ ਪਾਮ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈਆਂ। ਜੇ ਕਿਸੇ ਬੈਲ ਦੀ ਜੂਨ ਵਿੱਚ ਪੈ ਗਿਆ ਫਿਰ ਤੂੰ ਉਦੋਂ ਜਪੇਗਾ। ਉਹ ਤੇ ਡੰਡੇ ਖਾਂਦਿਆਂ ਨਹੀਂ ਬਾਹਰ ਆਉਣੀ। ਇਸ ਲਈ ਮਾਨਸ ਦੇ ਪਾਏ, ਮਾਨਸ ਦੇ ਬਹੁਰ ਨਾ ਪਾਵੇਂ। ਇਹ ਮਨੁੱਖਾਂ ਦੇ ਹੀ ਫਿਰ ਵਾਰ-ਵਾਰ ਨਹੀਂ ਮਿਲਣੀ। ਤੇ ਕੋਈ ਤਰੀਕਾ ਹੈ ਸਮਝਾਉਣ ਦਾ। ਤੁਸੀਂ ਆਖੋ ਜੀ ਤੁਹਾਨੂੰ ਕੀ ਪਤਾ ਜੀ ਮਿਲਣੀ ਕਿ ਨਹੀਂ, ਫਿਰ ਉਹਦਾ ਕੋਈ ਜਵਾਬ ਨਹੀਂ। ਅੱਗੋਂ ਹੁਜਤਾਂ ਕਰਨ ਦਾ ਕੋਈ ਫਾਇਦਾ ਨਹੀਂ। ਪਾਤਸ਼ਾਹ ਕਹਿੰਦੇ ਨੇ, 184 ਜੋਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਤੁਸੀਂ ਆਪ ਦੇਖ ਲਓ, ਕਿਸੇ ਹੋਰ ਜੂਨੀ ਦਾ ਜੀਵ ਇੱਥੇ ਆਇਆ ਜਾਂ ਆ ਸਕਦਾ, ਜਾਂ ਤੁਸੀਂ ਆਉਣ ਦਿੰਦੇ ਹੋ? ਬਾਹਰ ਜਿਹੜੇ ਬਰਛੇ ਵਾਲੇ ਸਿੰਘ ਖੜੇ ਨੇ, ਉਹ ਕਿਸੇ ਕੁੱਤੇ ਬਿੱਲੇ ਨੂੰ ਬਣਨ ਦੇਣਗੇ?
ਸਮਝਾਉਣ ਵਾਸਤੇ ਤੇ ਬੜਾ ਕੁਝ ਹੈ। ਇਸ ਲਈ ਗੁਰੂ ਤੇਗ ਬਹਾਦਰ ਜੀ ਕਹਿੰਦੇ, ਪਿਆਰਿਓ ਮਾਨੁਸ ਦੇ ਬਹੁਰ ਨਾ ਪਾਵੇਂ, ਕਛੂ ਉਪਾਉ ਮੁਕਤ ਕਾ ਕਰ। ਕੁਝ ਕਰ, ਗੱਲਾਂ ਨਾਲ ਬਾਤ ਨਹੀਂ ਬਣਨੀ। ਜੋ ਤੈਨੂੰ ਦੱਸਿਆ ਹੈ ਕਰ, ਤੇ ਕੀ ਕਰ? ਨਾਨਕ ਕਹਿਤ ਗਾਏ ਕਰੁਣਾਮੈ। ਇਹ ਸ਼ਬਦ ਹੈ ਕਰੁਣਾਮੈ, ਕਰੁਣਾਮੈ। ਹੁਣ ਮੈਂ ਅੱਖਰ ਬਾਣੀ 'ਚ ਬਹੁਤ ਵਾਰੀ ਆਉਂਦਾ, ਪਰ ਇਹ ਜਿਹੜਾ ਮੈਂ ਹੈ ਇਹਦਾ ਅਰਥ ਹੈ ਰੂਪ, ਕਰੁਣਾ ਰੂਪ, ਤਰਸ ਦਾ ਮੁਜੱਸਮਾ, ਦਇਆ ਦਾ ਘਰ ਜਿਹੜਾ ਪਰਮਾਤਮਾ ਹੈ ਨਾ। ਬਸ ਜਿਵੇਂ ਤੁਸੀਂ ਬੱਚਿਆਂ ਦੇ ਉੱਤੇ ਜੇ ਬੱਚੇ ਕਹਿ ਦੇਣ ਪਿਤਾ ਜੀ ਸੌਰੀ, ਗਲਤੀ ਮਾਫ ਕਰ ਦਿਓ, ਚੱਲ ਇੰਨਾ ਦਿਆਲੂ ਹੈ ਉਹ। ਇਸ ਲਈ ਪਾਤਸ਼ਾਹ ਕਹਿੰਦੇ ਨਾਨਕ ਕਹਿਤ ਗਾਏ ਕਰ ਨਾਮੈ। ਉਸ ਕਰਨਾ ਦੇ ਮੈਂ, ਦਇਆ ਦੇ ਸਰੂਪ ਪਰਮਾਤਮਾ ਜਿਹੜਾ ਬਖਸ਼ਣ ਲੱਗਿਆ ਦੇਰ ਨਹੀਂ ਕਰਦਾ। ਭਵ ਸਾਗਰ ਕਹਿ ਪਾਰ ਉਤਰੇ। ਸ਼ਬਦ 6 ਪੰਕਤੀਆਂ ਦਾ ਹੈ, ਇਹਨੂੰ ਯਾਦ ਕਰ ਲਓ, ਬਾਰ ਬਾਰ ਪੜ੍ਹੋ, ਵਿਚਾਰੋ, ਫਿਰ ਸਮਝ ਆ ਜਾਏਗੀ ਭਾਈ ਗੁਰਬਾਣੀ ਵਰਗਾ ਸੌਖਾ ਉਪਦੇਸ਼ ਕਿਧਰੇ ਨਹੀਂ ਹੈ। ਕੋਈ ਸੰਸਕ੍ਰਿਤ ਦਾ ਸ਼ਲੋਕ ਜਾਂ ਅਰਬੀ ਫਾਰਸੀ ਦਾ ਸ਼ੇਰ ਉਹਨੂੰ ਲੱਭਦੇ ਰਹੋ, ਨਾ ਅਰਬੀ ਆਵੇ ਨਾ ਫਾਰਸੀ ਆਵੇ, ਸਮਝ ਨਹੀਂ ਆਉਣੀ। ਇਹ ਤਾਂ ਗੁਰੂਆਂ ਦੀ ਬੜੀ ਕਿਰਪਾ ਹੈ। ਇਸੇ ਲਈ ਕਿਹਾ ਕਿ ਭਾਈ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਵ ਹਰ ਰੰਗ, ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਮਾਂ ਹੋ ਚੁੱਕਾ ਹੈ।